ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਅੱਛਾ, ਇੱਕ ਚੀਜ਼ ਹੈ ਕਿ ਅੱਜ ਮੈਂ ਆਇਆ ਹੋਇਆ ਆਪਣੇ ਘਰ ਤੇ ਸਟੂਡੀਓ 'ਚ ਨਹੀਂ ਹੈਗਾ, ਤਾਂ ਮੈਨੂੰ ਐਮਰਜੈਂਸੀ 'ਚ ਆਉਣਾ ਪੈ ਗਿਆ। ਇਸੇ ਕਰਕੇ ਜਿਹੜਾ ਮੈਥ ਦਾ ਸੈਸ਼ਨ ਸੀਗਾ ਕੱਲ੍ਹ ਰਾਤ ਦਾ, ਉਹ ਵੀ ਨਹੀਂ ਆਇਆ। ਵੈਸੇ ਵੀ ਮੈਂ ਮੈਗਾ ਸੈਸ਼ਨ ਹੀ ਤਿਆਰ ਕਰ ਰਿਹਾ, ਕਿਉਂਕਿ ਤੁਹਾਡਾ 4 ਤਰੀਕ ਨੂੰ ਜਿਹੜਾ ਪੇਪਰ ਆ ਉਹਦੇ ਵਾਸਤੇ ਮੈਂ ਮੈਗਾ ਸੈਸ਼ਨ ਤੁਹਾਨੂੰ ਦੇ ਦੂੰਗਾ। ਬਟ ਜਨਰਲ ਨੌਲੇਜ ਦਾ ਮੈਨੂੰ ਐਂ ਸੀਗਾ ਵੀ ਚਲੋ ਇੱਕ ਰੈਗੂਲਰਿਟੀ ਬਣੀ ਰਹੇ ਤਾਂ ਚੰਗੀ ਹੈ, ਅਤੇ ਮੈਨੂੰ ਐਂ ਸੀਗਾ ਵੀ ਅੱਜ ਮੈਂ ਨਾ ਕਰਾਵਾਂ, ਮਤਲਬ ਥੋੜ੍ਹਾ ਜਿਹਾ ਪਜ਼ਲ ਸੀਗਾ। ਇਸ ਕਰਕੇ ਮੈਂ ਚਲੋ ਇੰਨਾ ਕੁ ਵੀ ਕੰਟੀਨਿਊਟੀ ਬਣੀ ਰਹੇ ਤਾਂ ਥੋੜ੍ਹਾ ਜਿਹਾ ਛੋਟਾ ਜਿਹਾ ਸੈਸ਼ਨ ਲੈ ਰਿਹਾ ਮੈਂ, ਰਾਈਟ। ਸੋ ਕੇ ਐਡਿਕਸ਼ਨ ਦਾ ਇਹ 6ਵਾਂ ਆਪਣਾ ਹੈਗਾ ਗਾ। ਆਪਾਂ ਆਈ ਥਿੰਕ 150 ਤੱਕ ਕੁਐਸਚਨ ਕਰ ਲਏ ਸੀਗੇ। ਥੋੜ੍ਹੇ ਜਿਹੇ ਕੁਐਸਚਨ ਅੱਗੇ ਪਿੱਛੇ ਹੋਣਗੇ, ਕਿਉਂਕਿ ਮੈਂ ਫਿਰ ਤੁਹਾਨੂੰ ਦੱਸ ਰਿਹਾ ਕਿ ਮੈਂ ਸਟੂਡੀਓ 'ਚ ਹੈ ਨਹੀਂ ਗਾ। ਤਾਂ ਜਿਹੜੇ ਉਹ 8 ਕੁ ਕੁਐਸਚਨ ਆ ਉਹਨਾਂ ਨੂੰ ਮੈਂ ਗੈਪ ਤੁਹਾਨੂੰ ਅਗਲੇ ਸੈਸ਼ਨ ਦੇ ਵਿੱਚ ਮੈਂ ਪੂਰਾ ਕਰ ਦੂੰਗਾ, ਯਾਨੀ ਜਦੋਂ ਆਪਾਂ ਜੀ ਐਡਿਕਸ਼ਨ ਦਾ 7ਵਾਂ ਕਰਾਂਗੇ, ਰਾਈਟ। ਸੋ ਹੁਣ ਇਹ ਉਵੇਂ ਜਿਵੇਂ ਤੁਸੀਂ ਆਨਸਰ ਦੇ ਸਕਦੇ ਹੋ ਉਵੇਂ ਤਾਂ ਨਹੀਂ ਹੈਗੇ, ਰਿਕਾਰਡਡ ਹੀ ਰਹੂਗਾ। ਸੋ ਇਸ ਕਰਕੇ ਕੋਈ ਚੱਕਰ ਨਾ ਮੰਨਿਓ, ਅਤੇ ਆਪਾਂ ਸਟੂਡੀਓ ਵਾਲਾ ਜਿਵੇਂ ਮੈਂ ਸਾਹਮਣੇ ਹੁੰਦਾ ਯਾਨੀ ਕਿ ਉਹ ਕੰਟੀਨਿਊ ਮੈਂ ਇਹ ਤੋਂ ਬਾਅਦ ਰੱਖੂੰਗਾ, ਰਾਈਟ। ਤਾਂ ਚਲੋ ਆਪਾਂ ਅੱਜ ਦੇ ਕੁਐਸਚਨ ਕਰਦੇ ਹਾਂ। ਸੋ ਜੇਕਰ ਕੋਈ ਚੈਨਲ 'ਤੇ ਨਵਾਂ ਭਾਈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਦੱਬ ਦਿਓ, ਅਤੇ ਆਪਾਂ ਹੁਣ ਐਵੇਂ ਕੇ ਐਡਿਕਸ਼ਨ ਯਾਨੀ ਅੱਜ ਕਰਾਂਗੇ, ਰਾਈਟ। ਤਾਂ ਪਹਿਲਾ ਕੁਐਸਚਨ ਜਿਹੜਾ ਹੈਗਾ ਭਾਈ ਅੱਜ ਦਾ, ਯਾਨੀ 159। ਹਾਲਾਂਕਿ ਆਪਾਂ 150 ਤੱਕ ਕੀਤੇ ਆ, 151 ਤੋਂ 158 ਉਹ ਮੈਂ ਨੈਕਸਟ ਲੈਕਚਰ ਦੇ ਵਿੱਚ ਐਡ ਕਰ ਦੂੰਗਾ। ਸੋ 159 ਕੁਐਸਚਨ ਕੀ ਆ, ਕਹਿੰਦਾ ਹੂ ਸੈਡ ਅ ਲਿਵਿੰਗ ਥਿੰਗ ਇਜ਼ ਬੋਰਨ ਆਫਟਰ ਦ ਲੀਗ ਆਫ ਨੇਸ਼ਨਜ਼ ਕੋਵੇਨੈਂਟ ਐਜ਼ ਡਰਾਫਟਡ। ਸੋ ਬੇਸਿਕਲੀ ਕੁਐਸਚਨ ਕੀ ਕਹਿੰਦਾ ਵੀ ਜਦੋਂ, ਕਿਉਂਕਿ ਵਰਲਡ ਵਾਰ 1 ਤੁਹਾਨੂੰ ਪਤਾ ਜਦੋਂ ਲੱਗੀ ਹੈ, ਤਾਂ ਉਸ ਤੋਂ ਬਾਅਦ 1914 ਤੋਂ ਲੈ ਕੇ ਯਾਨੀ 1919 ਦਾ ਟਾਈਮ ਪੀਰੀਅਡ ਕਾਫੀ ਖਤਰਨਾਕ ਸੀ, ਰਾਈਟ, ਜਦੋਂ ਵਰਲਡ ਵਾਰ ਲੱਗੀ ਹੋਈ ਸੀ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨੇਸ਼ਨਸ ਇਕੱਠੇ ਹੋਏ, ਕਹਿੰਦੇ ਭਾਈ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ। ਇਸ ਕਰਕੇ ਆਪਾਂ ਇੱਕ ਜਿਵੇਂ ਅੱਜ ਕੱਲ੍ਹ ਆਪਾਂ ਯੂਨਾਈਟਡ ਨੇਸ਼ਨ ਪੜ੍ਹਦੇ ਹਾਂ, UN ਪੜ੍ਹਦੇ ਹਾਂ, ਹੈ ਨਾ। ਤਾਂ ਉਸੇ ਤਰੀਕੇ ਦੇ ਨਾਲ ਪਹਿਲਾਂ ਇੱਕ ਲੀਗ ਆਫ ਨੇਸ਼ਨ ਬਣੀ ਸੀ, ਹਾਲਾਂਕਿ ਉਨੀ ਕਾਮਯਾਬ ਨਹੀਂ ਹੋਈ। ਬਾਅਦ ਦੇ ਵਿੱਚ ਉਸੇ ਨੂੰ UN ਬਣਾਇਆ ਗਿਆ। ਬਟ ਜਦੋਂ ਲੀਗ ਆਫ ਨੇਸ਼ਨ ਬਣੀ ਤਾਂ ਕਿਹਨੇ ਕਿਹਾ ਸੀਗਾ ਵੀ ਇਹ ਇੱਕ ਲਿਵਿੰਗ ਥਿੰਗ ਹੈ, ਯਾਨੀ ਇੱਕ ਜਿਵੇਂ ਇੱਕ ਇਨਸਾਨ ਆ ਜਿਉਂਦਾ ਜਾਗਦਾ, ਉਵੇਂ ਇੱਕ ਲਿਵਿੰਗ ਥਿੰਗ ਬਣਾਈ ਆ ਵੀ ਜਿੱਥੇ ਆਪਾਂ ਇੱਕ ਸ਼ਾਂਤੀ ਦੀ ਗੱਲ ਕਰ ਰਹੇ ਹਾਂ, ਰਾਈਟ। ਸੋ ਲਿਵਿੰਗ ਥਿੰਗ ਇਜ਼ ਬੋਰਨ, ਉਹ ਲੀਗ ਆਫ ਨੇਸ਼ਨ ਨੂੰ ਇੱਕ ਰਿਸਪੈਕਟ ਦੇ ਤੌਰ 'ਤੇ ਕਿਹਾ ਗਿਆ। ਉਹ ਕਿਹਦੇ ਦੁਆਰਾ ਕਿਹਾ ਗਿਆ? ਸੋ ਇਹਦਾ ਮਤਲਬ ਆਨਸਰ ਕੀ ਆਊਗਾ? ਵਿਲਸਨ, ਚਰਚਲ, ਵੁਡਰੋ ਵਿਲਸਨ, ਨੈਪੋਲੀਅਨ ਜਾਂ ਫਿਰ ਬੈਂਟੋ ਮਸੂਲਿਨੀ। ਸੋ ਇਹਦਾ ਜਿਹੜਾ ਆਨਸਰ ਆਊਗਾ ਜੀ B ਆਊਗਾ, ਯਾਨੀ ਵੁਡਰੋ ਵਿਲਸਨ। ਵੁਡਰੋ ਵਿਲਸਨ ਨੇ ਇਹ ਕਿਹਾ ਸੀ। ਸੋ ਇਹ ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ, ਰਾਈਟ। ਮੈਂ ਹੁਣ ਇੱਥੇ ਆਨਸਰ ਲਾਉਣ ਦੀ ਕੋਸ਼ਿਸ਼ ਕਰਦਾ, ਹਾਲਾਂਕਿ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਐਵੇਂ ਹੀ ਪੜ੍ਹਾਉਂਦਾ ਹੁੰਦਾ ਸੀ, ਪਰ ਹੁਣ ਕਾਫੀ ਟਾਈਮ ਹੋ ਗਿਆ ਨਾ ਮੈਂ ਪੜ੍ਹਾਏ ਹੁਣ। ਚਲੋ, ਵੁਡਰੋ ਵਿਲਸਨ ਇਜ਼ ਦਾ ਰਾਈਟ ਆਨਸਰ। ਇਸ ਤੋਂ ਬਾਅਦ ਆ ਗਿਆ ਦਾ ਫਾਊਂਡਰ ਆਫ ਪਾਰਸੀ ਰਿਲੀਜਨ। ਸੋ ਪਾਰਸੀ ਰਿਲੀਜਨ ਦਾ ਫਾਊਂਡਰ ਕੌਣ ਹੈ ਭਾਈ? ਆਨਸਰ ਤੁਹਾਡੇ ਸਾਹਮਣੇ ਦਿੱਤੇ ਹੋਏ ਆ। ਕੁੰਗਫੂਸੂ ਜਾਂ ਫਿਰ ਮੁਕਾਦੋ ਜਾਂ ਫਿਰ ਲਾਓਟੇਸ ਜਾਂ ਫਿਰ ਜ਼ੋਰੋਸਟਰ। ਸੋ ਆਈ ਥਿੰਕ ਜੇਕਰ ਤੁਹਾਨੂੰ ਆਨਸਰ ਪਤਾ ਹੋਵੇ ਤਾਂ ਇਹ ਕੁਐਸਚਨ ਇਹ ਆਪਣੇ ਪੰਜਾਬ ਐਗਜ਼ਾਮ ਦੇ ਵਿੱਚ ਹੀ ਰਿਪੀਟ ਹੋਇਆ ਹੋਇਆ। ਇੱਥੇ ਜੇ ਨਹੀਂ ਹੈਗਾ, ਬਸ ਇੱਥੇ ਤੁਸੀਂ Z ਕਰ ਲਓ, ਯਾਨੀ ਐਵੇਂ ਕਰਕੇ ਜ਼ੋਰੋਸਟਰ, ਰਾਈਟ, ਜ਼ੋਰੋਸਟਰ। ਸੋ ਇਹਦਾ ਆਨਸਰ ਯਾਨੀ ਕਿ ਇਹ ਆ ਜਾਊਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਵਟ ਵਾਜ਼ ਦਾ ਮੇਨ ਗੋਲ ਆਫ ਦਾ ਵਹਾਬੀ ਮੂਵਮੈਂਟ। ਹਾਲਾਂਕਿ ਜਿਹੜੀ ਸ਼ੁਰੂਆਤ ਦੇ ਵਿੱਚ ਵਹਾਬੀ ਮੂਵਮੈਂਟ ਚੱਲੀ ਸੀ ਉਹ ਸਿੱਖਾਂ ਦੇ ਖਿਲਾਫ ਚਲਾਈ ਗਈ ਸੀ, ਰਾਈਟ, ਜੇਕਰ ਤੁਸੀਂ ਦੇਖੋ। ਬਟ ਆਮ ਤੌਰ 'ਤੇ ਜੇਕਰ ਦੇਖਿਆ ਜਾਵੇ ਤਾਂ ਹਰੇਕ ਮੂਵਮੈਂਟ ਦਾ ਕੋਈ ਨਾ ਕੋਈ ਗੋਲ ਹੁੰਦਾ ਗਾ। ਤਾਂ ਵਹਾਬੀ ਮੂਵਮੈਂਟ ਦਾ ਜਿਹੜਾ ਮੇਨ ਗੋਲ ਸੀਗਾ ਉਹ ਨਾ ਤਾਂ ਐਜੂਕੇਸ਼ਨ ਨੂੰ ਲੈ ਕੇ ਸੀ, ਉਹ ਸਿਰਫ ਇੱਕ ਰਿਲੀਜੀਅਸ ਪਰਪਸ ਤੋਂ ਸੀਗਾ, ਯਾਨੀ ਮੁਸਲਿਮ ਜਿਹੜੀ ਪਾਵਰ ਹੈ ਉਸ ਨੂੰ ਦੁਬਾਰਾ ਤੋਂ ਤੁਸੀਂ ਐਂ ਕਹਿ ਲਓ ਵੀ ਰੀਐਸਟੈਬਲਿਸ਼ ਕਰਨਾ। ਕਿਉਂਕਿ ਜੇਕਰ ਆਪਾਂ ਦੇਖਿਆ ਜਾਵੇ ਤਾਂ ਮੁਸਲਿਮ ਪਾਵਰ ਆ ਜਿਹੜੀ ਉਹ 1707 ਤੱਕ ਰਹੀ ਹੈ, ਜਾਂ 1708 ਕਹਿ ਲਓ ਵੱਧ ਤੋਂ ਵੱਧ, ਰਾਈਟ। ਯਾਨੀ ਜਦੋਂ ਔਰੰਗਜ਼ੇਬ ਸੀਗਾ 1707 ਦੇ ਵਿੱਚ ਔਰੰਗਜ਼ੇਬ ਚਲਿਆ ਗਿਆ, ਤਾਂ ਉਸ ਤੋਂ ਬਾਅਦ ਮੁਸਲਿਮ ਪਾਵਰ ਆ ਜਿਹੜੀ, ਜਾਂ ਮੁਗਲ ਅੰਪਾਇਰ ਜਿਹੜਾ ਸੀਗਾ ਉਹ ਬਿਲਕੁਲ ਡਾਊਨ ਚਲਿਆ ਗਿਆ। ਅਤੇ ਹੌਲੀ ਹੌਲੀ ਤੁਹਾਨੂੰ ਪਤਾ ਕਿ ਮਰਾਠਾ ਵਗੈਰਾ ਸੀਗੇ ਜਿਹੜੇ ਉਹ ਅੱਗੇ ਆ ਗਏ, ਫਿਰ ਬ੍ਰਿਟਿਸ਼ ਪਾਵਰ ਤਾਂ ਚਲੋ ਸਟਰੋਂਗ ਹੁੰਦੀ ਗਈ। ਸੋ ਮੁਸਲਿਮ ਪਾਵਰ ਇੱਕ ਤਰੀਕੇ ਦੇ ਨਾਲ ਜਿਹੜੀ ਸੀਗੀ ਕਾਫੀ ਡਾਊਨ ਚਲੀ ਗਈ। ਐਂਡ ਜਦੋਂ ਆਪਾਂ ਮਾਡਰਨ ਇੰਡੀਆ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਮੁਸਲਿਮ ਲੀਗ ਬਣਾਈਆਂ ਗਈਆਂ ਅੱਗੇ ਜਾ ਕੇ, ਹੈ ਨਾ। ਤਾਂ ਬਟ ਮੁਸਲਿਮ ਲੀਗ ਦੀ ਸ਼ੁਰੂਆਤ, ਜਿਵੇਂ ਆਪਾਂ ਕਹਿੰਦੇ ਵੀ ਮੁਸਲਿਮ ਲੀਗ ਬਣੀ 1905 ਦੇ ਵਿੱਚ ਜਾ ਕੇ, ਜਿਵੇਂ ਕਿ ਆਪਾਂ ਉਹਦੀ ਗੱਲ ਕਰਦੇ ਹਾਂ, ਪਾਰਟੀਸ਼ਨ ਆਫ ਬੰਗਾਲ ਦੀ ਗੱਲ ਕਰਦੇ ਹਾਂ, ਹੈ ਨਾ। ਉਸ ਤੋਂ ਬਾਅਦ 1906 ਦੇ ਵਿੱਚ ਮੁਸਲਿਮ ਲੀਗ ਜਦੋਂ ਆ ਕੇ, ਫਿਰ ਉਸ ਤੋਂ ਬਾਅਦ 1909 ਦੇ ਵਿੱਚ ਸੈਪਰੇਟ ਇਲੈਕਟੋਰੇਟ ਬਣਦੇ ਆ। ਤਾਂ ਉਹਨਾਂ ਦੀ ਬੇਸਿਕਲੀ ਜੇਕਰ ਸ਼ੁਰੂਆਤ ਦੇਖੀ ਜਾਵੇ ਤਾਂ ਇੱਕ ਤਰ੍ਹਾਂ ਨਾਲ ਉਹ ਵਹਾਬੀ ਮੂਵਮੈਂਟ ਬਣਦੀ ਆ। ਵਹਾਬੀ ਮੂਵਮੈਂਟ ਦੇ ਵਿੱਚ ਹੀ ਦੇਖਿਆ ਗਿਆ ਕਿ ਵੀ ਮੁਸਲਿਮਾਂ ਨੂੰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਰੀਐਸਟੈਬਲਿਸ਼ ਕਰਨਾ ਚਾਹਿਆ। ਜਿਵੇਂ ਰਿਫੋਰਮਸ ਆਪਣੇ ਆਏ ਸੀਗੇ, ਸੋਸ਼ਲ ਰਿਲੀਜੀਅਸ ਰਿਫੋਰਮ ਆਏ, ਉਵੇਂ ਪਾਰਸੀ ਰਿਲੀਜਨ ਦੇ ਵਿੱਚ ਵੀ ਰਿਫੋਰਮ ਆਏ, ਹੈ ਨਾ। ਤਾਂ ਉਹ ਚੀਜ਼ਾਂ ਸੀਗੀਆਂ। ਸੋ ਵਹਾਬੀ ਮੂਵਮੈਂਟ ਦਾ ਬੇਸਿਕਲੀ ਮੇਨ ਗੋਲ ਜਿਹੜਾ ਸੀਗਾ ਉਹ ਸੀਗਾ ਰੀਐਸਟੈਬਲਿਸ਼ਮੈਂਟ ਆਫ ਮੁਸਲਿਮ ਪਾਵਰ ਇਨ ਇੰਡੀਆ, ਰਾਈਟ ਆ।
यानी इत्थे तुसी हिंदू मुस्लिम यूनिटी कट सकते हो। इनकरेज मॉडर्न एजुकेशन इन इंडियाज़ मुस्लिम ये भी नहीं हो सकता, राइट। यानी ए ऑप्शन इहदा राइट बन गया। इस तो बाद आ गया जी कथाई कट्टू इज़ द फेमस फोक ड्रामा ऑफ विच स्टेट? आंध्रा प्रदेश, बिहार, राजस्थान, तमिलनाडु। सो सौखा क्वेश्चन है, एक तरीके का कह सकते हो, राइट। कट्टू जिथे भी आ जाए आई थिंक वो ज़्यादातर तो तमिलनाडु ही होंगे या 99% कह लो, राइट आ। सो कथाई कट्टू इज़ द फेमस फोक ड्रामा जोड़ा है भाई तमिलनाडु इज़ द राइट आंसर। नैक्सट क्वेश्चन आ गया कहते ऑपरेशन रूबीकॉन है जोड़ा वाज द कोड वर्ड प्रपोज टू बी अडॉप्टड बाय ब्रिटिश गवर्नमेंट इन इंडिया विद रेफरेंस टू विच ऑफ द फॉलोइंग? बेसिकली जो ऑपरेशन रूबीकॉन आ ये है की सी, बस ये क्वेश्चन पूछा गया ਜਾਂ क्वेश्चन पूरे ਨੂੰ ਜੇਕਰ ਆਪਾਂ ट्रांसलेट करना हो तो ऑपरेशन रूबीकॉन है जोड़ा ये कोड वर्ड प्रपोज किया गया टू बी अडॉप्टड यानी ब्रिटिश गवर्नमेंट द्वारा है की सी जदों बेसिकली राउंड टेबल कॉन्फ्रेंस ਚੱਲੀ ਤੁਹਾਨੂੰ पता 1930-31 की गल आप जेकर करिए तो उदों महात्मा गांधी ਜਾਂ इंडियन नैशनल कांग्रेस की गल कर लो, इन्हों की पार्टिसिपेशन ज़्यादा नहीं सी क्योंकि ਤੁਹਾਨੂੰ ਪਤਾ ਸਿਵਲ ਡਿਸਓਬੀਡੈਂਸ ਜਿਹੜਾ ਮੂਵਮੈਂਟ ਚੱਲ ਰਿਹਾ ਸੀ ਡਾਂਡੀ ਮਾਰਚ ਵਾਲਾ। ਸੋ ਬੇਸਿਕਲੀ ਜਦੋਂ ਪਹਿਲੀ ਰਾਊਂਡ ਟੇਬਲ ਕਾਨਫਰੰਸ ਹੋਈ ਲੰਡਨ ਦੇ ਵਿੱਚ ਤਾਂ ਉਹ ਫਲੋਪ ਹੋ ਗਈ ਇੱਕ ਤਰੀਕੇ ਦੇ ਨਾਲ। ਫਲੋਪ ਕਿਉਂ ਹੋ ਗਈ? ਕਿਉਂਕਿ ਉਹਦੇ ਵਿੱਚ ਨਾ ਤਾਂ ਮਹਾਤਮਾ ਗਾਂਧੀ ਦੀ ਰਿਪਰੈਜ਼ੈਂਟੇਸ਼ਨ ਸੀ, ਨਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਿਪਰੈਜ਼ੈਂਟੇਸ਼ਨ ਸੀ। ਉਹਦਾ ਕਾਰਨ ਕੀ ਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਸਭ ਤੋਂ ਵੱਡੀ ਜੇਕਰ ਆਰਗੇਨਾਈਜੇਸ਼ਨ ਹੀ ਪਾਰਟਿਸਿਪੇਟ ਨਾ ਕਰੂਗੀ ਤਾਂ ਓਬਵੀਅਸ ਗੱਲ ਉਹ ਫੇਲ ਹੋ ਜੂਗੀ। ਸੋ ਇੱਕ ਆਪਰੇਸ਼ਨ ਚਲਾਇਆ ਗਿਆ ਕਿ ਮਹਾਤਮਾ ਗਾਂਧੀ ਨੂੰ ਕਿਸ ਤਰੀਕੇ ਦੇ ਨਾਲ ਮਨਾਇਆ ਜਾਵੇ। ਇਸੇ ਕਰਕੇ ਆਪਾਂ ਗਾਂਧੀ ਇਰਵਿਨ ਪੈਕਟ ਵੀ ਪੜ੍ਹਦੇ ਹਾਂ ਅਤੇ ਤੁਹਾਨੂੰ ਪਤਾ ਕਿ ਇੱਕੋ ਇੱਕ ਕਾਨਫਰੰਸ ਸੀ ਜਿਹੜੀ ਸੈਕੰਡ ਜਿਹੜੀ ਸੀਗੀ ਕਾਨਫਰੰਸ ਟੇਬਲ ਕਾਨਫਰੰਸ, ਉਹਦੇ ਵਿੱਚ ਮਹਾਤਮਾ ਗਾਂਧੀ ਨੇ ਪਾਰਟਿਸਿਪੇਸ਼ਨ ਕੀਤੀ ਸੀ। ਸੋ ਉਸ ਯਾਨੀ ਪਾਰਟੀਸਪੇਸ਼ਨ ਵਾਸਤੇ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਵੀ ਗਾਂਧੀ ਜੀ ਜਿਹੜੇ ਹੈਗੇ ਆ ਉਹ ਇਸ ਨੂੰ ਪਾਰਟੀਸਪੇਟ ਯਾਨੀ ਇਹਦੇ ਵਿੱਚ ਪਾਰਟੀਸਪੇਸ਼ਨ ਕਰਨ, ਹੈ ਨਾ। ਸੋ ਉਹੀ ਚੀਜ਼ ਆ, ਸੋ ਉਹਦੇ ਵਾਸਤੇ ਆਪਰੇਸ਼ਨ ਸੀਗਾ। ਸੋ ਸੀ ਆਨਸਰ ਯਾਨੀ ਇਹਦਾ ਰਾਈਟ ਬਣ ਜੂਗਾ। ਆਈ ਥਿੰਕ ਤੁਹਾਡਾ ਆਨਸਰ ਰਾਈਟ ਹੋ ਗਿਆ ਹੋਣਾ। ਗਾਂਧੀ ਜੀ ਪਾਰਟੀਸਪੇਸ਼ਨ ਇਨ ਰਾਊਂਡ ਟੇਬਲ ਕਾਨਫਰੰਸ। ਇਸ ਤੋਂ ਬਾਅਦ ਆ ਗਿਆ ਜੀ ਹੂ ਫਾਊਂਡਰ ਦਾ ਇੰਡੀਅਨ ਇੰਡੀਪੈਂਡੈਂਸ ਲੀਗ। ਸੋ ਸੌਖਾ ਕੁਐਸਚਨ ਹੈ, ਤੁਹਾਨੂੰ ਪਤਾ ਲਾਲਾ ਲਾਜਪਤ ਰਾਏ, ਅਰਵਿੰਦੋ ਘੋਸ਼ ਜਾਂ ਫਿਰ ਰਾਸ ਬਿਹਾਰੀ ਬੋਸ। 1942 ਰਾਸ ਬਿਹਾਰੀ ਬੋਸ ਜਿਨ੍ਹਾਂ ਨੇ यानी इंडियन इंडिपेंडेंस लीग है जी वो फाउंड की है। सो यदा आंसर यानी कि राज बिहारी बोस आंसर आ गया। नैक्सट द फस्ट आर ऑफ बिजनेस ऑफ द लोक सभा इज़ नोन एज, तो पहला आर तुहानूं पता आप पढ़ते हैं 0 आर हो गया, फस्ट आर हो गया, है ना। सो फस्ट आर जो लोक सभा के उसनूं किहड़ा आर कहने आप पब्लिक आर कहने, प्रिविलेजिज आर कहने, 0 आर कहने, क्वेश्चन आर कहने। सो इसका आंसर जो आजूगा जी वो आजूगा क्वेश्चन आर, जिहदा टाइम जो तुसीं याद रख सकते हो कि 11 तो लैके 12, राइट। 11 तो लैके 12 टाइम जो होंगे क्वेश्चन आर होंगे, 0 आर उस तो बाद होंगे, 0 आर होंगे 12 तो बाद, राइट। जेकर पूछा जाए कि 0 आर बेसिकली किहदी इनिशिएटिव, क्योंकि काफ़ी कंट्रीज़ ने 0 आर नूं अडॉप्ट कर लिया। 0 आर इंडिया ने फाउंड किया, यानी इंडिया का बनाया होया है ये 0 आर, राइट। काफ़ी इंपोर्टेंट है, हालांकि मैं पॉलिटी के डिटेल पढ़ाया होया, बट फिलहाल तुसीं इत्थे याद रखो कि पहला आर जो शुरुआत वाला होंगे 11 तो 12 यानी क्वेश्चन आर, उस तो बाद 12 तो बाद जोड़ा होंगे वो होंगे 12 बजे यानी 0 आर, राइट है। नैक्सट जेकर आप क्वेश्चन की गल करिए तो कहता प्रिवेंशन ऑफ क्रूएल्टी ऑफ एनीमल इज़ लिस्टड इन डैश लिस्ट गिवन इन द 7th शेड्यूल इन द कॉन्स्टिट्यूशन ऑफ इंडिया। 7वें शेड्यूल के आप की पढ़ते हैं, भला यूनियन स्टेट पढ़ते हैं, यूनियन लिस्ट पढ़ते हैं, स्टेट लिस्ट पढ़ते हैं, कनकरेंट लिस्ट पढ़ते हैं। सो ये की होंगे यूनियन लिस्ट का मतलब की है कि यह भाई जो ये सबजैक्ट आ वो सिर्फ पावर यूनियन की है। स्टेट लिस्ट के की होंगे भी भाई ये पावर आ जी वो स्टेट लिस्ट की। आम तौर पर जिमें आप एग्रीकल्चर की गल करिए तो एग्रीकल्चर का जिमें इन्ना वड्डा रौला पिया सी एग्रीकल्चर ऑर्डीनेंस का, उत्थे रौला यही सीगा भी एग्रीकल्चर एक स्टेट सबजैक्ट आ, स्टेट को पावर आ। जिमें केजरीवाल भी तुसीं सुनते होंगे भाई सानू पुलिस दी जाए क्योंकि पुलिस एक स्टेट लिस्ट है, बट क्योंकि दिल्ली एक कैपीटल है इस करके वो स्टेट तो है नहीं, वो यूटी है, राइट। सो इस करके जी सेंटर सरकार के अंडर पुलिस, इस करके ਉਹਦੇ ਅੰਦਰ यानी केजरीवाल के अंदर वो नहीं है, बट पंजाब की पुलिस है जी वो पंजाब के अंडर क्योंकि वो स्टेट लिस्ट के। तो उस तरीके के नाल जो क्रूएल्टी ऑफ एनीमल आ उन्होंने तो जी रोकथाम है बेसिकली प्रिवेंशन ऑफ क्रूएल्टी ऑफ एनीमल, ये किहड़ी लिस्ट के आउंदा, ये आउंदा दोनों लिस्टां दे विच, यानी जिन्हों आप कहते हैं कनकरेंट लिस्ट। कनकरेंट लिस्ट के अद्धियां पावरां तुसीं ऐ कह सकते हो भी कुछ पावरां जिहड़ियां हुंदियां मतलब इस सबजैक्ट ते दोने ही पावरां रखदे, स्टेट भी रखदी है एंड सेंटर भी रखदी है। सो इसदा मतलब आ जाऊगा जी कनकरेंट लिस्ट। नैक्सट क्वेश्चन आ गया द पोस्ट ऑफ वाइस प्रेजिडेंट इज डिस्क्राइब्ड इन विच आर्टिकल ऑफ द कॉन्स्टिट्यूशन। सो 65 है 64 है 63 है 62 है। सो आर्टिकल 63 तो लैके जेकर तुसीं 73 पढ़ोगे तो यह वाइस प्रेजिडेंट बारे ही गल करदा एंड ਜਿਹੜਾ 63 आर्टिकल है वो कहता भाई अपना वाइस प्रेजिडेंट है एंड वाइस प्रेजिडेंट ही तुहानूं पता कि राज्य सभा का जोड़ा चेयरमैन होंदा गा एंड जी वाइस प्रेजिडेंट नूं
ਤਨਖਾਹ ਮਿਲਦੀ ਹੈ, ਇਹ ਵੀ ਪੁੱਛਿਆ ਜਾਂਦਾ ਹੁੰਦਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਜਿਹਨੂੰ ਆਪਣੀ ਤਨਖਾਹ, ਆਪਣੀ ਪੋਸਟ ਦੀ ਤਨਖਾਹ ਨਹੀਂ ਮਿਲਦੀ। ਵਾਈਸ ਪ੍ਰੈਜ਼ੀਡੈਂਟ ਆ। ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੀ ਤਨਖਾਹ ਕੋਈ ਨਹੀਂ ਹੈਗੀ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਐਕਚੁਅਲ ਦੇ ਵਿੱਚ ਰਾਜ ਸਭਾ ਦਾ ਚੇਅਰਮੈਨ ਹੈ, ਤਾਂ ਉਹਨੂੰ ਰਾਜ ਸਭਾ ਦੇ ਚੇਅਰਮੈਨ ਦੀ ਤਨਖਾਹ ਮਿਲਦੀ ਹੈ। ਸੋ ਇਹ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਜੀ ਪਾਰਲੀਮੈਂਟਰੀ ਸਿਸਟਮ ਵੋਟ ਔਨ ਅਕਾਊਂਟ ਇਜ਼ ਵੈਲਿਡ ਫॉर ਹਾਊ ਮੈਨੀ ਮੰਥਸ। ਪਾਰਲੀਮੈਂਟ ਵੋਟ ਔਨ ਅਕਾਊਂਟ ਬੇਸਿਕਲੀ ਕੀ ਹੁੰਦਾ, ਜਿਵੇਂ ਆਪਾਂ ਬਜਟ ਪੇਸ਼ ਕਰਦੇ ਹਾਂ, ਸੋ ਗਵਰਨਮੈਂਟ ਆਪਣਾ ਬਜਟ ਤਿਆਰ ਕਰਦੀ ਹੈ ਜਿੱਥੋਂ ਉਹਨੂੰ ਯੂਜ਼ ਕਰਕੇ ਉਹ ਕੰਮ ਕਰਦੀ ਹੈ, ਬਟ ਜਿੰਨਾ ਚਿਰ ਉਹ ਬਜਟ ਪਾਸ ਨਹੀਂ ਹੁੰਦਾ ਤਾਂ ਕੁਛ ਇੱਕ ਐਕਸਟਰਾ ਅਮਾਊਂਟ ਰੱਖੀ ਹੁੰਦੀ ਹੈ। ਜਿਵੇਂ ਤੁਸੀਂ ਐਂ ਮੰਨ ਲਓ ਕਿ ਇੱਕ ਤੁਹਾਡਾ ਪਰਸ ਹੈ, ਜਿੰਨਾ ਟਾਈਮ ਉਹਦੇ ਵਿੱਚ ਇੱਕ ਸਫੀਸ਼ੀਐਂਟ ਅਮਾਊਂਟ ਨਹੀਂ ਪੈਂਦਾ, ਯਾਨੀ ਤੁਸੀਂ ਐਂ ਕਹਿ ਲਓ ਵੀ ਕਹੋ ਭਾਈ ਵੀ ਜਿੰਨਾ ਟਾਈਮ ਇਹਦੇ ਵਿੱਚ 10,000 ਨਹੀਂ ਪੈਂਦਾ, ਜਾਂ ਜਿੰਨਾ ਆਪਾਂ ਫਿਕਸ ਸੋਚ ਰੱਖਿਆ ਹੈ ਨਾ, ਤਾਂ ਵੀ ਉਹਨਾਂ ਟਾਈਮ ਇਹਦੇ ਵਿੱਚ ਪੈਸਾ ਨਹੀਂ ਪੈਂਦਾ ਤਾਂ ਮੈਂ ਹਜੇ ਖਰਚਾ ਨਹੀਂ ਕਰੂੰਗਾ, ਤਾਂ ਮੇਰੇ ਕੋਲ ਐਕਸਟਰਾ ਪੈਸੇ ਰੱਖੇ ਹੋਏ, ਮੈਂ ਉਹਨਾਂ ਟਾਈਮ ਉਹਨਾਂ ਨਾਲ ਚਲਾਊਂਗਾ। ਯਾਨੀ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਵੀ ਜਿਹੜੀ ਸਰਕਾਰ ਹੈ, ਯਾਨੀ ਜਿਹੜੀ ਮੈਜੋਰਿਟੀ ਸਰਕਾਰ ਹੈ, ਜੋ ਬਜਟ ਪੇਸ਼ ਹੋ ਰਿਹਾ ਹੈਗਾ, ਉਹ ਬਜਟ ਪੇਸ਼ ਦਾ ਮਤਲਬ ਕੀ ਹੈ, ਬਜਟ ਪਾਸ ਹੋ ਗਿਆ ਉਸ ਤੋਂ ਬਾਅਦ ਉਸੇ ਨੂੰ ਯੂਜ਼ ਕਰਕੇ ਅਲੱਗ-ਅਲੱਗ ਥਾਵਾਂ 'ਤੇ ਉਹਨਾਂ ਨੂੰ ਲਗਾਊਗੀ ਐਂਡ ਕੰਮ ਕਰੂਗੀ। ਬਟ ਜਦੋਂ ਤੱਕ ਬਜਟ ਉਹ ਪਾਸ ਨਹੀਂ ਹੋਇਆ, ਹਜੇ ਉਹ ਟਾਈਮ ਚੱਲ ਰਿਹਾ ਹੈਗਾ ਬਜਟ ਵਾਲਾ, ਰਾਈਟ, ਤਾਂ ਉਹਨਾਂ ਟਾਈਮ ਇੱਕ ਐਕਸਟਰਾ ਅਮਾਊਂਟ ਰੱਖੀ ਹੁੰਦੀ ਜਿਹਨੂੰ ਵੋਟ ਐਂਡ ਅਕਾਊਂਟ ਕਹਿ ਸਕਦੇ ਹਾਂ। ਮੈਂ ਬੜਾ ਦੇਸੀ ਭਾਸ਼ਾ ਦੇ ਵਿੱਚ ਦੱਸਤਾ, ਹਾਲਾਂਕਿ ਟੈਕਨੀਕਲ ਭਾਸ਼ਾ ਹੋਰ ਵੀ ਹੋ ਸਕਦੀ ਹੈ, ਬਟ ਵੋਟ ਐਂਡ ਅਕਾਊਂਟ ਜਿਹੜਾ ਇੱਕ ਤਰੀਕੇ ਦਾ ਐਕਸਟਰਾ ਜੋ ਹੈਗਾ ਉਹਨੂੰ ਇੱਕ ਤਰੀਕੇ ਦੇ ਨਾਲ ਚਲਾਉਂਦੀ ਹੈ ਇੱਕ ਟੈਂਪਰੇਰੀ ਤੌਰ 'ਤੇ। ਉਹ ਕਿੰਨੇ ਮਹੀਨਿਆਂ ਵਾਸਤੇ ਵੈਲਿਡ ਹੁੰਦਾ ਗਾ, ਉਹ 2 ਮਹੀਨਿਆਂ ਵਾਸਤੇ ਵੈਲਿਡ ਹੁੰਦਾ ਗਾ। ਇਸ ਤੋਂ ਬਾਅਦ ਆ ਗਿਆ ਜੀ ਨੈਕਸਟ ਕੁਐਸਚਨ, ਆਰਟੀਕਲ 21A ਵਾਜ਼ ਇਨਸਰਟਡ ਅੰਡਰ ਆਵਰ ਕੌਨਸਟੀਟਿਊਸ਼ਨ ਬਾਏ ਵੇ ਆਫ ਡੈਸ਼ ਕੌਨਸਟੀਟਿਊਸ਼ਨ ਅਮੈਂਡਮੈਂਟ। ਸੋ 21 ਨੇ ਬੇਸਿਕਲੀ ਕਦੋਂ ਅਮੈਂਡਮੈਂਟ ਹੋਈ ਹੈ, ਇਹਦੀ 86ਵੀਂ ਅਮੈਂਡਮੈਂਟ, ਇਹ ਯਾਦ ਰੱਖਣਾ, 86th ਅਮੈਂਡਮੈਂਟ, ਜਿਹਦੇ ਵਿੱਚ 6 ਤੋਂ ਲੈ ਕੇ 14 ਸਾਲ ਦੇ ਬੱਚੇ ਦੀ ਜੋ ਪੜ੍ਹਾਈ ਦੀ ਗੱਲ ਕੀਤੀ ਗਈ, ਰਾਈਟ। ਸੋ ਇਹ ਕਾਫੀ ਇੰਪੋਰਟੈਂਟ ਹੈ। ਜਾਂ ਫਿਰ ਆਪਾਂ ਜੇਕਰ ਗੱਲ ਕਰੀਏ ਤਾਂ 21 ਜੇਕਰ ਆਰਟੀਕਲ ਹੋਵੇ ਤਾਂ ਉਹ ਤਾਂ ਲਿਬਰਟੀ ਨੂੰ ਲੈ ਕੇ ਆ, ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦਾ, ਜੇਕਰ ਤੁਸੀਂ ਪੜ੍ਹੇ ਹੋਵੋ। ਇਸ ਤੋਂ ਬਾਅਦ ਆ ਗਿਆ ਜੀ ਚੇਅਰਮੈਨ ਆਫ ਪੈਕ ਯਾਨੀ ਪਬਲਿਕ ਅਕਾਊਂਟਸ ਕਮੇਟੀ ਆਫ ਪਾਰਲੀਮੈਂਟ ਇਜ਼ ਅਪੁਆਇੰਟਡ ਬਾਈ ਵਿਚ ਆਫ ਥੀਸ। ਸੋ ਚੇਅਰਮੈਨ ਪੈਕ ਦਾ ਕੌਣ ਹੁੰਦਾ ਭਾਈ, ਰਾਜ ਸਭਾ ਦਾ ਚੇਅਰਮੈਨ ਹੁੰਦਾ, ਪ੍ਰੈਜ਼ੀਡੈਂਟ ਹੁੰਦਾ, ਪ੍ਰਾਈਮ ਮਿਨਿਸਟਰ ਹੁੰਦਾ, ਜਾਂ ਫਿਰ ਸਪੀਕਰ ਆਫ ਦਾ ਲੋਕ ਸਭਾ। ਸੋ ਸਪੀਕਰ ਆਫ ਦਾ ਲੋਕ ਸਭਾ ਇਹ ਕਾਫੀ ਇੰਪੋਰਟੈਂਟ ਹੈ। 22 ਮੈਂਬਰ ਹੁੰਦੇ ਆ, ਜੇਕਰ ਯਾਦ ਰੱਖਣਾ ਹੋਵੇ ਤਾਂ 15 ਤੇ 7 ਦੀ ਰੇਸ਼ੋ ਦੇ ਵਿੱਚ, 15 ਲੋਕ ਸਭਾ ਤੋਂ ਤੇ 7 ਰਾਜ ਸਭਾ ਚੋਂ, ਕਾਫੀ ਇੰਪੋਰਟੈਂਟ ਹੈ ਸਪੀਕਰ ਆਫ ਦਾ ਲੋਕ ਸਭਾ। ਜੇਕਰ ਆਪਾਂ ਸਭ ਤੋਂ ਵੱਡੀ ਕਮੇਟੀ ਦੀ ਗੱਲ ਕਰੀਏ, ਸਭ ਤੋਂ ਵੱਡੀ ਕਮੇਟੀ ਹੁੰਦੀ ਹੈ ਜੀ ਐਸਟੀਮੇਟ ਕਮੇਟੀ। ਐਸਟੀਮੇਟ ਕਮੇਟੀ ਸਭ ਤੋਂ ਵੱਡੀ ਕਮੇਟੀ ਹੈ, ਜਿਹਦੇ ਵਿੱਚ 30 ਦੇ 30 ਮੈਂਬਰ ਹੀ ਲੋਕ ਸਭਾ ਤੋਂ ਹੁੰਦੇ ਆ। ਸੋ ਪਾਰਲੀਮੈਂਟਰੀ ਕਮੇਟੀਆਂ ਵੀ ਪੜ੍ਹ ਕੇ ਜਾਇਓ ਜੇਕਰ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ। ਪੈਕ ਦੇ ਵਿੱਚ 22 ਹੁੰਦੇ ਆ, 15 ਤੇ 7 ਯਾਨੀ 15 ਲੋਕ ਸਭਾ, ਰਾਜ ਸਭਾ ਦੇ ਵਿੱਚੋਂ 7 ਹੋ ਗਏ। ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਵੇਅਰ ਇੰਡੀਆ ਇਜ਼ ਲੋਕੇਟਡ ਆਫ ਦਾ ਫੋਲੋਇੰਗ, ਸਾਊਥ ਵੈਸਟ ਏਸ਼ੀਆ, ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ, ਜਾਂ ਫਿਰ ਸੈਂਟਰਲ ਏਸ਼ੀਆ। ਸੋ ਜਿਹੜਾ ਹੈਗਾ ਭਾਈ ਇੰਡੀਆ, ਹੁਣ ਆਪਾਂ ਨੂੰ ਇਹ ਤਾਂ ਪਤਾ ਵੀ ਏਸ਼ੀਆ ਕੰਟੀਨੈਂਟ ਦੇ ਵਿੱਚ ਆਉਂਦਾ, ਬਟ ਏਸ਼ੀਆ ਦੇ ਕਿਹੜੇ ਕੰਟੀਨੈਂਟ ਦੇ ਵਿੱਚ ਆਉਂਦਾ ਇਹ ਵੀ ਤੁਸੀਂ ਥੋੜ੍ਹਾ ਜਿਹਾ ਯਾਦ ਰੱਖਣਾ ਭਾਈ। ਤਾਂ ਜੇਕਰ ਮੈਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਵੀ ਐਵੇਂ ਕਰਕੇ ਦੱਸਾਂ ਤਾਂ ਜੇਕਰ ਆਪਾਂ ਗਲੋਬ ਦੀ ਗੱਲ ਕਰੀਏ ਤਾਂ ਇੰਡੀਆ ਤੁਹਾਨੂੰ ਥੋੜ੍ਹਾ ਜਿਹਾ ਇੱਥੇ ਜੇ ਦਿਖੂਗਾ, ਰਾਈਟ। ਯਾਨੀ ਇੱਕ ਤਰੀਕੇ ਦਾ ਤੁਸੀਂ ਐਂ ਮੰਨ ਲਓ ਜੇਕਰ ਆਪਾਂ ਨੂੰ ਐਂ ਵੰਡ ਲਈਏ, ਰਾਈਟ ਆ। ਸੋ ਇਹ ਤਾਂ ਸਦਰਨ ਹੈਮੀਸਫੀਅਰ ਹੋ ਗਿਆ, ਆਹ ਨਦਰਨ ਹੈਮੀਸਫੀਅਰ ਆ, ਬਟ ਆਹ ਏਸ਼ੀਆ ਕੰਟੀਨੈਂਟ ਆ ਜੇਕਰ ਆਪਾਂ ਪੂਰਾ ਇੱਕ ਤਰੀਕੇ ਨਾਲ ਸਮਝੀਏ ਤਾਂ ਇੱਥੇ ਜੇ ਬੇਸਿਕਲੀ, ਰਾਈਟ। ਸੋ ਇਹ ਸਾਊਥ ਈਸਟ ਏਸ਼ੀਆ ਬਣਦਾ ਹੈਗਾ, ਠੀਕ ਹੈ। ਸੋ ਸੀ ਆਪਸ਼ਨ ਇਹਦਾ ਰਾਈਟ ਬਣ ਜਾਊਗਾ। ਇਸ ਤੋਂ ਬਾਅਦ ਆ ਗਿਆ ਜੀ ਵਿਚ ਇੰਡੀਅਨ ਸਟੇਟ ਹੈਜ਼ ਦਾ ਲਾਰਜੈਸਟ ਸ਼ੇਅਰ ਆਫ ਦਾ ਵੇਸਟਲੈਂਡਸ ਇਨ ਇੰਡੀਆ। ਸੋ ਇੰਡੀਆ ਦੇ ਵਿੱਚ ਲਾਰਜੈਸਟ ਵੇਸਟਲੈਂਡ ਕਿੱਥੇ ਆ, ਯਾਨੀ ਜੋ ਵੇਸਟ ਆ ਹੈ ਨਾ ਇੱਕ ਤਰੀਕੇ ਦਾ, ਰਾਜਸਥਾਨ, ਬਿਹਾਰ, ਕਰਨਾਟਕ, ਉੱਤਰ ਪ੍ਰਦੇਸ਼। ਸੌਖਾ ਆਨਸਰ ਤਾਂ ਇਹਦਾ ਭਾਈ ਰਾਜਸਥਾਨ ਹੈ, ਸੌਖਾ ਹੈ ਨਾ। ਵੇਸਟਲੈਂਡ ਜ਼ਿਆਦਾ ਯਾਨੀ ਇੱਥੇ ਆ। ਇਸ ਤੋਂ ਬਾਅਦ ਆ ਗਿਆ ਦਾ ਮਾਸ ਆਫ ਸਟਾਰ ਇਜ਼ 2 ਟਾਈਮਸ ਦਾ ਮਾਸ ਆਫ ਦਾ ਸਨ, ਹਾਊ ਇਟ ਵਿਲ ਕਮ ਟੂ ਐਨ ਐਂਡ। ਸੋ ਇਹ ਮੈਂ ਜਿਓਗ੍ਰਾਫੀ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਪੜ੍ਹਾਇਆ, ਜੇਕਰ ਤੁਸੀਂ ਮੇਰੇ ਤੋਂ ਪੜ੍ਹੇ ਹੋਵੋ ਪੇਡ ਕੋਰਸ ਦੇ ਵਿੱਚ ਕਹਿ ਲਓ, ਰਾਈਟ। ਸੋ ਇੱਕ ਸਟਾਰ ਦੀ ਉਮਰ ਜਿਹੜੀ ਹੁੰਦੀ ਹੈ ਬੇਸਿਕਲੀ, ਉਹ ਜਿਵੇਂ ਆਪਾਂ ਇਹ ਕਹਿੰਦੇ ਵੀ ਆਪਾਂ ਜਿਵੇਂ ਹੈ ਨਾ, ਆਪਾਂ ਪੈਦਾ ਹੋਏ ਹੌਲੀ ਹੌਲੀ ਆਪਾਂ ਜਵਾਨੀ 'ਚ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਆਪਣਾ ਯਾਨੀ ਬਚਪਨ ਤੋਂ ਜਵਾਨੀ, ਜਵਾਨੀ ਤੋਂ ਫਿਰ ਬੁਢਾਪਾ, ਹੈ ਨਾ, ਬੁਢਾਪੇ ਤੋਂ ਫਿਰ ਉਸ ਤੋਂ ਬਾਅਦ ਮੌਤ। ਇਸੇ ਤਰੀਕੇ ਦਾ ਹਰ ਸਟਾਰ ਵੀ ਮਰਦਾ ਗਾ, ਹੈ ਨਾ। ਸਟਾਰ ਪੈਦਾ ਹੁੰਦਾ, ਫਿਰ ਉਸ ਤੋਂ ਬਾਅਦ ਜਵਾਨੀ 'ਚ ਉਹ ਵੀ ਆਉਂਦਾ ਗਾ, ਫਿਰ ਉਸ ਤੋਂ ਬਾਅਦ ਉਹਦੇ 'ਤੇ ਵੀ ਬੁਢਾਪਾ ਆਉਂਦਾ ਅਤੇ ਉਸ ਤੋਂ ਬਾਅਦ ਉਹ ਮਰ ਜਾਂਦਾ। ਬਟ ਸਟਾਰ ਦਾ ਜਿਹੜਾ ਮਾਸ ਹੈ ਇੱਕ ਤਰੀਕੇ ਦਾ, ਉਹ ਹਰੇਕ ਜਿਵੇਂ ਉਹਦੇ ਮਾਸ ਦੇ ਅਕੋਰਡਿੰਗ ਉਹ ਕਨਵਰਟ ਹੁੰਦਾ ਗਾ। ਤਾਂ ਇਹਨਾਂ ਨੇ ਕੀ ਪੁੱਛਿਆ ਵੀ ਸਟਾਰ ਦਾ ਜਿਹੜਾ ਮਾਸ ਆ ਜੇਕਰ ਉਹ 2 ਗੁਣਾ ਸਨ ਦਾ ਹੋਵੇ। ਹੁਣ ਤੁਹਾਨੂੰ ਇੰਨਾ ਟੈਕਨੀਕਲੀ ਸਮਝ ਨਹੀਂ ਆਉਣਾ ਕਿਉਂਕਿ ਇੱਕ ਪੂਰਾ ਚੈਪਟਰ ਹੈ, ਯਾਨੀ ਪੂਰੇ ਮੈਨੂੰ ਲੱਗਦਾ ਘੰਟੇ 1.5 ਘੰਟੇ ਦਾ ਜਿਹੜਾ ਪੜ੍ਹਾਇਆ ਹੋਇਆ। ਬਟ ਫਿਲਹਾਲ ਤੁਸੀਂ ਇੰਨਾ ਕੁ ਯਾਦ ਰੱਖੋ, ਕਿਉਂਕਿ ਨਾ ਅੱਜ ਕੱਲ੍ਹ ਬਲੈਕ ਹੋਲ ਦੀ ਬਹੁਤ ਗੱਲ ਚੱਲ ਰਹੀ ਹੈ। ਬਲੈਕ ਹੋਲ ਬਾਰੇ ਜੇਕਰ ਤੁਸੀਂ ਜਾਣਦੇ ਹੋ ਤਾਂ ਜੇ ਉਹਦਾ ਮਾਸ ਯਾਨੀ 4.5 ਗੁਣਾ
ਮਾਸ ਜਿਹੜਾ ਹੈਗਾ ਸਟਾਰ ਦਾ ਉਹ ਸਨ ਤੋਂ ਜ਼ਿਆਦਾ ਹੋਵੇ ਤਾਂ ਉਹ ਬਲੈਕ ਹੋਲ ਦੇ ਵਿੱਚ ਕਨਵਰਟ ਹੁੰਦਾ ਗਾ। ਬਟ ਜੇ ਉਸ ਤੋਂ ਘੱਟ ਹੋਵੇ ਯਾਨੀ 2 ਗੁਣਾ ਤੱਕ ਹੋਵੇ ਤਾਂ ਫਿਰ ਉਹ ਨਿਊਟਰੋਨ ਸਟਾਰ ਬਣਦਾ ਗਾ। ਇਹ ਕੁਐਸਚਨ ਐਵੇਂ ਆ, ਰਾਈਟ। ਦ ਮਾਸ ਆਫ ਸਟਾਰ ਇਜ਼ 2 ਟਾਈਮਸ ਦਾ ਮਾਸ ਆਫ ਸਨ। ਜੇਕਰ 2 ਗੁਣਾ ਹੋਵੇ ਤਾਂ ਉਹ ਨਿਊਟਰੋਨ ਸਟਾਰ ਬਣਦਾ, ਬਟ ਉਹ 4.5 ਤੋਂ ਲੈ ਕੇ 5 ਗੁਣਾ ਤੱਕ ਚਲਾ ਜਾਵੇ ਤਾਂ ਉਹ ਬਲੈਕ ਹੋਲ ਦੇ ਵਿੱਚ ਕਨਵਰਟ ਹੁੰਦਾ ਗਾ। ਸੋ ਇਹਦਾ ਆਨਸਰ ਫਿਲਹਾਲ ਨਿਊਟਰੋਨ ਸਟਾਰ ਹੈ। ਇਸ ਤੋਂ ਬਾਅਦ ਆ ਗਿਆ ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਇਜ਼ ਪ੍ਰੀਪੇਅਰਡ ਬਾਈ। ਸੋ ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਜਿਹੜੀ ਰਿਪੋਰਟ ਆ ਭਾਈ ਕਿਹਦੇ ਦੁਆਰਾ ਪ੍ਰੀਪੇਅਰ ਕੀਤੀ ਜਾਂਦੀ ਹੈ? ਯੂਰੋਪੀਅਨ ਸੈਂਟਰਲ ਬੈਂਕ, ਇੰਡੀਅਨ ਇੰਟਰਨੈਸ਼ਨਲ ਮੋਨੇਟਰੀ ਫੰਡ। ਆਨਸਰ ਇਹਦਾ ਇਹੀ ਹੈ, ਰਾਈਟ। ਸੋ ਇੰਟਰਨੈਸ਼ਨਲ ਮੋਨੇਟਰੀ ਫੰਡ ਤੁਸੀਂ ਯਾਦ ਰੱਖਣਾ, ਜਿਨ੍ਹਾਂ ਨੇ ਯਾਨੀ ਜੋ ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਦਿੰਦੇ ਆ। ਇਸ ਤੋਂ ਬਾਅਦ ਆ ਗਿਆ ਜੀ ਨੈਕਸਟ ਕੁਐਸਚਨ, ਕਹਿੰਦਾ ਸੈਕਸ਼ੂਅਲ ਹਰਾਸਮੈਂਟ ਵਾਇਲੇਟਸ ਦਾ ਫੰਡਾਮੈਂਟਲ ਰਾਈਟ ਆਫ ਦਾ ਵੂਮਨ ਆਫ ਜੈਂਡਰ ਇਕੁਐਲਿਟੀ ਵਿਚ ਇਜ਼ ਕੋਡੀਫਾਈਡ ਅੰਡਰ ਵਿਚ ਆਰਟੀਕਲ। ਸੋ ਇਕੁਐਲਿਟੀ ਦੀ ਗੱਲ ਹੁੰਦੀ ਹੈ ਤਾਂ ਫੰਡਾਮੈਂਟਲ ਰਾਈਟ ਵੱਲ ਆਪਾਂ ਜਾਂਦੇ ਹਾਂ, ਅਤੇ ਜੇਕਰ ਆਪਾਂ ਜੈਂਡਰ ਇਕੁਐਲਿਟੀ ਦੀ ਗੱਲ ਕਰੀਏ ਜਾਂ ਫਿਰ ਸੈਕਸੁਅਲ ਹਰਾਸਮੈਂਟ ਜੇ ਵਾਇਲੇਟ ਜਿਹੜਾ ਹੈਗਾ ਫੰਡਾਮੈਂਟਲ ਰਾਈਟ ਕਰੇ ਆਫ ਦਾ ਵੂਮਨ ਜੈਂਡਰ ਇਕੁਐਲਿਟੀ ਦੇ ਨਾਲ, ਸੋ ਕਿਹੜਾ ਆਰਟੀਕਲ ਯਾਨੀ ਉਹਦੇ ਵਿੱਚ ਆਊਗਾ? ਓਬਵੀਅਸ ਗੱਲ ਆ, ਸੌਖਾ ਕੁਐਸਚਨ ਆਰਟੀਕਲ 14, ਰਾਈਟ। ਸੋ ਇਹ ਕਾਫੀ ਇੰਪੋਰਟੈਂਟ, ਜੇਕਰ ਆਰਟੀਕਲ 14 ਪੜ੍ਹੋਗੇ ਤਾਂ ਡਿਟੇਲ ਦੇ ਵਿੱਚ ਤੁਹਾਨੂੰ ਚੀਜ਼ਾਂ ਇਹ ਮਿਲ ਜਾਣਗੀਆਂ। ਇਸ ਤੋਂ ਬਾਅਦ ਆ ਗਿਆ ਜੀ ਵਟ ਡਜ਼ ਸੱਤਿਆ ਸੋਧਕ ਸਮਾਜ ਆਰਗੇਨਾਈਜ਼ਡ। ਜੋਤੀਬਾਈ ਫੂਲੇ ਨੇ ਸੱਤਿਆ ਸੋਧਕ ਸਮਾਜ ਚਲਾਇਆ ਗਾ, ਐਂਡ ਇਹਦੀ ਜੋ ਮਤਲਬ ਇਹਦਾ ਕੰਮ ਕੀ ਸੀ, ਬੇਸਿਕਲੀ ਕੀ ਸੀ ਇਹਦਾ ਮੇਨ ਮੋਟਿਵ? ਇਹ ਮੂਵਮੈਂਟ ਫॉर ਅਪਲਿਫਟਮੈਂਟ ਆਫ ਟਰਾਈਬਲਸ ਇਨ ਬਿਹਾਰ, ਟੈਂਪਲ ਐਂਟਰੀ ਮੂਵਮੈਂਟ ਇਨ ਗੁਜਰਾਤ, ਜਾਂ ਫਿਰ ਐਂਟੀ ਕਾਸਟ ਮੂਵਮੈਂਟ ਇਨ ਮਹਾਰਾਸ਼ਟਰ, ਜਾਂ ਫਿਰ ਪੀਜੈਂਟ ਮੂਵਮੈਂਟ ਇਨ ਪੰਜਾਬ। ਸੋ ਬੇਸਿਕਲੀ ਇਹਦਾ ਆਨਸਰ ਜਿਹੜਾ ਆ ਜਾਊਗਾ ਜੀ ਭਾਈ ਉਹ ਐਂਟੀ ਕਾਸਟ ਮੂਵਮੈਂਟ ਇਨ ਮਹਾਰਾਸ਼ਟਰ। ਸੋ ਇਹ ਕਾਫੀ ਇੰਪੋਰਟੈਂਟ ਹੈ। ਇਨ ਵਿਚ ਈਅਰ ਸਕਿੱਲ ਇੰਡੀਆ ਮਿਸ਼ਨ ਵਾਜ਼ ਸਟਾਰਟਡ। ਸਕਿੱਲ ਇੰਡੀਆ ਮਿਸ਼ਨ ਆ ਜਿਹੜਾ ਭਾਈ ਕਦੋਂ ਸਟਾਰਟ ਹੋਇਆ? ਸਕਿੱਲ ਇੰਡੀਆ ਮੂਵਮੈਂਟ ਆ ਜਿਹੜੀ ਸਕਿੱਲ ਇੰਡੀਆ ਜਿਹੜਾ ਹੈਗਾ ਭਾਈ 2015 ਦੇ ਵਿੱਚ ਸਟਾਰਟ ਹੋਇਆ। ਸੋ ਬਸ ਤੁਸੀਂ ਯਾਦ ਰੱਖ ਲਿਓ। ਇਸ ਤੋਂ ਬਾਅਦ ਆ ਗਿਆ 2015 ਦੇ ਵਿੱਚ ਹੀ ਸਟਾਰਟ ਹੋਇਆ ਜਾਂ 2014 ਦੇ ਵਿੱਚ? ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਦੇਣਾ, ਠੀਕ ਹੈ। ਇਹਦਾ ਕਮੈਂਟ ਬਾਕਸ ਦੇ ਵਿੱਚ ਆਨਸਰ ਦੱਸੋ ਕਿ 2015 ਹੀ ਹੈ ਜਾਂ 2014। ਥੋੜ੍ਹਾ ਜਿਹਾ ਮੈਂ ਕਨਫਿਊਜ਼ ਹੋ ਗਿਆ, ਬਟ ਠੀਕ ਹੈ, ਚਲੋ ਕੋਈ ਚੱਕਰ ਨਹੀਂ। ਸਕਿੱਲ ਇੰਡੀਆ ਮਿਸ਼ਨ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਪੱਕਾ ਦੱਸਣਾ ਤੁਸੀਂ ਪਲੀਜ਼। ਇਸ ਤੋਂ ਬਾਅਦ ਆ ਗਿਆ ਦਾ ਹੈੱਡਕੁਆਟਰਸ ਆਫ IMF ਲੋਕੇਟਡ ਐਟ ਨਿਊਯਾਰਕ, ਨੈਰੋਬੀ, ਜਨੇਵਾ ਜਾਂ ਫਿਰ ਨਨ। ਸੋ ਹੈੱਡਕੁਆਟਰ IMF ਦਾ ਕਿੱਥੇ ਆ ਭਾਈ? ਜਨੇਵਾ। ਸੌਖਾ ਕੁਐਸਚਨ, ਜਨੇਵਾ ਇਜ਼ ਦਾ ਰਾਈਟ ਆਨਸਰ, ਠੀਕ ਹੈ। ਸੌਰੀ ਵਾਸ਼ਿੰਗਟਨ DC ਸੌਰੀ ਵਾਸ਼ਿੰਗਟਨ DC ਆਊਗਾ। ਇੱਕ ਮਿੰਟ ਕੱਟ ਦਈਏ ਇਹਨੂੰ, ਵਾਸ਼ਿੰਗਟਨ DC ਆਵੇਗਾ। ਕਿੰਨੇ ਟਾਈਮ ਬਾਅਦ ਕੰਮ ਕੀਤਾ, ਕੰਮ ਹੋ ਨਹੀਂ ਰਿਹਾ ਹੈ ਤੇ ਮੇਰੇ ਤੋਂ। ਵਾਸ਼ਿੰਗਟਨ DC ਆਨਸਰ ਆਊਗਾ ਭਾਈ ਇਹਦਾ, ਠੀਕ ਹੈ। ਸੋ ਵਾਸ਼ਿੰਗਟਨ DC ਹੈ, ਕੱਟ ਦਿਓ ਇਹਨੂੰ ਜਨੇਵਾ ਨੂੰ। ਚਲੋ ਨੈਕਸਟ ਕੁਐਸਚਨ ਆ ਗਿਆ, ਦ ਫਸਟ ਸਮਿਟ ਆਫ ਦ ਬ੍ਰਿਕਸ ਕੰਟਰੀਜ਼ ਵਾਜ਼ ਹੈਲਡ ਇਨ ਵਿਚ ਸਿਟੀ। ਵੈਸੇ ਤਾਂ ਜਦੋਂ ਵੀ ਬ੍ਰਿਕਸ ਦੀ ਤੁਸੀਂ ਯਾਦ ਰੱਖਣੀ ਹੋਵੇ ਨਾ ਤਾਂ ਇਸ ਤਰੀਕੇ ਦੇ ਨਾਲ ਉਹ, ਜਿਵੇਂ ਆਹ ਬ੍ਰਾਜ਼ੀਲ ਆ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਉਹ ਕੰਟੀਨਿਊਟੀ ਦੇ ਵਿੱਚ ਹੀ ਹੁੰਦੀ ਹੈ। ਜੇਕਰ B ਤੋਂ ਸਟਾਰਟ ਹੋਵੇ ਤਾਂ ਫਿਰ R ਹੁੰਦੀ ਹੈ, ਫਿਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਹੋ, ਫਿਰ ਚਾਈਨਾ ਦੇ ਵਿੱਚ ਹੋ, ਫਿਰ ਸਾਊਥ ਅਫਰੀਕਾ ਦੇ ਵਿੱਚ ਹੋਊਗੀ, ਰਾਈਟ। ਬਟ ਜੇਕਰ ਆਪਾਂ ਸ਼ੁਰੂਆਤ ਦੀ ਪਹਿਲੀ ਸਮਿਟ ਦੀ ਗੱਲ ਕਰੀ ਤਾਂ ਪਹਿਲੀ ਸਮਿਟ ਰਸ਼ੀਆ ਤੋਂ ਸਟਾਰਟ ਹੋਇਆ ਸੀ, ਰਾਈਟ। ਸੋ ਇਹ ਅਲੱਗ ਤੋਂ ਯਾਦ ਰੱਖਣਾ ਬਸ, ਰਸ਼ੀਆ, ਰਾਈਟ। ਹੁਣ ਕਮੈਂਟ ਬਾਕਸ ਦੇ ਵਿੱਚ, ਹੁਣ ਇਹ ਤਾਂ ਮੈਂ ਕੁਐਸਚਨ ਪੁੱਛਣਾ ਸੀ, ਹਾਲਾਂਕਿ ਪਹਿਲਾਂ ਚਲੋ ਪਹਿਲਾਂ ਵਾਲਾ ਕੁਐਸਚਨ ਇੱਕ ਪੁੱਛਿਆ ਗਿਆ, ਰਾਈਟ। ਇੱਕ ਤਾਂ ਤੁਸੀਂ ਕੁਐਸਚਨ ਦੱਸਣਾਗਾ ਵੀ ਸਕਿੱਲ ਇੰਡੀਆ ਜਿਹੜੀ ਹੈਗੀ ਆ ਭਾਈ ਉਹ ਕਦੋਂ ਸਟਾਰਟ ਹੋਈ ਸੀਗੀ, ਇੱਕ ਤਾਂ ਇਹਦਾ ਆਨਸਰ। ਇੱਕ ਦੱਸਣਾ ਕਿ ਬ੍ਰਿਕਸ ਸਮਿਟ ਜਿਹੜੀ 2022 ਹੋਈ ਆ ਉਹ ਕਦੋਂ ਹੋਈ ਆ, ਇਹਦਾ ਆਨਸਰ ਤੁਸੀਂ ਪੱਕਾ ਕਮੈਂਟ ਬਾਕਸ ਦੇ ਵਿੱਚ ਦੱਸਣਾਗਾ। ਬ੍ਰਿਕਸ ਯਾਨੀ 2022 ਦੇ ਵਿੱਚ ਕਿੱਥੇ ਹੋਈ ਆ। ਇਸ ਤੋਂ ਬਾਅਦ ਆ ਗਿਆ ਜੀ ਹੂ ਰੋਟ ਦਾ ਬੁੱਕ ਇਕਨੋਮਿਕ ਹਿਸਟਰੀ ਆਫ ਇੰਡੀਆ। ਇਕਨੋਮਿਕ ਹਿਸਟਰੀ ਆਫ ਇੰਡੀਆ ਕਿਹਦੇ ਦੁਆਰਾ ਲਿਖੀ ਹੋਈ ਆ? RC ਦੱਤ ਦੁਆਰਾ, ਰਮੇਸ਼ ਚੰਦਰ ਦੱਤ। RC ਦੱਤ ਇਜ਼ ਦਾ ਰਾਈਟ ਆਨਸਰ। 180, ਰਾਈਟ। ਸੋ 180 ਕੁਐਸਚਨ ਬਹੁਤ, ਆਈ ਥਿੰਕ ਹਜੇ ਹੋਰ ਪਏ ਆ। ਕਿੰਨੇ ਕੁਐਸਚਨ ਆ ਭਾਈ ਇਹ? ਚਲੋ ਕਰ ਲੈਂਦੇ ਇੱਕ ਵਾਰ, ਦੇਖਦੇ ਹਾਂ। ਇਸ ਤੋਂ ਬਾਅਦ ਆ ਗਿਆ ਨੇਮ ਏ ਗੈਸ ਯੂਜ਼ ਰੋਕਟ ਪ੍ਰੋਪਲੈਂਟ ਐਂਡ ਇਨ ਵੈਲਡਿੰਗ ਆਲਸੋ। ਸੋ ਕਿਹੜੀ ਗੈਸ ਆ ਭਾਈ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਲਿਕੁਇਡ ਹਾਈਡਰੋਜਨ ਯੂਜ਼ ਕੀਤੀ ਜਾਂਦੀ ਹੈ। ਸੋ C ਆਨਸਰ ਇਹਦਾ ਰਾਈਟ ਬਣ ਜਾਊਗਾ। ਇਸ ਤੋਂ ਬਾਅਦ ਆ ਗਿਆ ਜੀ ਵਾਟ ਇਜ਼ ਬੋਟੈਨੀਕਲ ਨੇਮ ਆਫ ਐਪਲ। ਐਪਲ ਦਾ ਬੋਟੈਨੀਕਲ ਨੇਮ ਕੀ ਹੈ? ਪਾਇਰਸ ਮੈਲਸ, ਰਾਈਟ। ਸੋ ਯਾਦ ਰੱਖਣਾ ਭਾਈ ਜਿਹੜਾ ਦਾ ਬੋਟੈਨੀਕਲ ਨੇਮ ਹੈ। ਇਸ ਤੋਂ ਬਾਅਦ ਆ ਗਿਆ ਵਟ ਵੇਅਰ ਇਜ਼ ਅ ਗੁੱਗਾ ਮੱਲ ਨੈਸ਼ਨਲ ਪਾਰਕ। ਸੋ ਗੁੱਗਾ ਮੱਲ ਨੈਸ਼ਨਲ ਪਾਰਕ ਕਿੱਥੇ ਆ ਭਾਈ? ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਗੋਆ। ਸੋ ਮਹਾਰਾਸ਼ਟਰ ਇਜ਼ ਦਾ ਰਾਈਟ ਆਨਸਰ, ਠੀਕ ਹੋ ਗਿਆ। ਯਾਦ ਰੱਖਿਓ, ਕਾਫੀ ਵਾਰ ਰਿਪੀਟ ਹੁੰਦਾ ਹੈ। ਇਸ ਤੋਂ ਬਾਅਦ ਆ ਗਿਆ ਵੈਸਟਰਨ ਘਾਟ ਐਂਡ ਸ਼੍ਰੀਲੰਕਾ ਟੂਗੈਦਰ ਆਲਸੋ ਨੋਨ ਐਜ਼। ਸੋ ਕੀ ਕਿਹਾ ਜਾਂਦਾ ਵੈਸਟਰਨ ਘਾਟ ਅਤੇ ਸ਼੍ਰੀਲੰਕਾ? ਯਾਨੀ ਇੱਕ ਤਰੀਕੇ ਦਾ ਐਂ ਮੰਨ ਲਓ ਵੀ ਜਿਹੜੀ ਵੈਸਟਰਨ ਘਾਟ, ਜਦੋਂ ਆਪਾਂ ਆਹ ਪੂਰੇ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਵੈਸਟਰਨ ਘਾਟ ਤੁਹਾਨੂੰ ਪਤਾ, ਰਾਈਟ। ਸੋ ਜਦੋਂ ਆਪਾਂ ਮੰਨ ਲਓ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਕਿਵੇਂ ਦੱਸਾਂ ਹੁਣ,
ਬੜਾ ਯਾਰ ਬੋਰਡ ਤੋਂ ਇਲਾਵਾ ਕੰਮ ਕਰਨਾ ਔਖਾ ਹੈ। ਚਲੋ ਵੈਸਟਰਨ ਘਾਟ ਅਤੇ ਉਸ ਤੋਂ ਬਾਅਦ ਸ਼੍ਰੀਲੰਕਾ ਤੱਕ ਜਾਂਦੀ ਹੈ ਜਿਹੜੀ ਵੈਸਟਰਨ ਘਾਟ, ਤਾਂ ਉਹ ਟੁਗੈਦਰ ਉਹਨੂੰ ਇਕੱਠਿਆਂ ਨੂੰ ਕੀ ਕਿਹਾ ਜਾਂਦਾ ਗਾ, ਸਹਿਆਦਰੀ ਹਿਲਸ ਕਿਹਾ ਜਾਂਦਾ। ਸਹਿਆਦਰੀ ਇੱਥੇ ਐਂਡ ਦੀ ਥਾਂ 'ਤੇ ਆਰ ਪਾ ਲਿਓ, ਸਹਿਆਦਰੀ ਹਿਲਸ, ਰਾਈਟ। ਇਸ ਤੋਂ ਬਾਅਦ ਆ ਗਿਆ ਜੀ ਹਾਊ ਮੈਨੀ ਬਾਇਓ ਜਿਓਗ੍ਰਾਫਿਕ ਜ਼ੋਨਸ ਇਨ ਇੰਡੀਆ। ਸੋ ਸੌਖਾ, ਬਾਇਓ ਜਿਓਗ੍ਰਾਫਿਕ ਜ਼ੋਨ ਆ ਜਿਹੜੇ ਆਪਣੇ ਭਾਈ ਉਹ 10 ਹੈ, ਬਾਇਓ ਜਿਓਗ੍ਰਾਫਿਕਲ ਜ਼ੋਨਸ, ਰਾਈਟ। ਸੋ ਇਹ ਇਨਵਾਇਰਮੈਂਟ ਹੋ ਗਿਆ, ਜਿਓਗ੍ਰਾਫੀ ਹੋ ਗਿਆ। ਹਾਲਾਂਕਿ ਅੱਜ ਕੁਐਸਚਨ ਵਧੀਆ ਵੀ ਸੀ, ਬਟ ਫਿਰ ਵੀ ਉਹੀ ਚੀਜ਼ ਹੈ ਨਾ ਵੀ ਇੱਕ ਕੰਟੀਨਿਊਟੀ ਬਣਾਉਣ ਵਾਸਤੇ ਚਲੋ ਮੈਨੂੰ ਐਂ ਸੀਗਾ ਵੀ ਬੱਚੇ ਯਾਰ ਵੇਟ ਕਰਦੇ ਆ, ਫਿਰ ਉਹ ਐਂ ਜੀ ਹੁੰਦਾ ਹੈ ਨਾ ਵੀ ਗੈਪ ਨਾ ਪਵੇ। ਹੁਣ ਮੈਂ ਕੰਟੀਨਿਊ ਰੱਖਿਆ ਔਨਲਾਈਨ ਨੂੰ, ਤਾਂ ਮੇਰਾ ਫਰਜ਼ ਬਣਦਾ ਹੈ ਨਾ। ਹਾਲਾਂਕਿ ਮੈਨੂੰ ਚਲੋ ਅੱਜ ਬਹੁਤ ਟਾਈਮ ਬਾਅਦ ਮੈਂ ਫੋਨ 'ਤੇ ਕੰਮ ਕੀਤਾ ਗਾ। ਚਲੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਕੁਐਸਚਨ ਹਜੇ ਵੀ ਪਏ ਆ ਯਾਰ, ਇਹ ਕੁਐਸਚਨ ਖਤਮ ਹੋਣ 'ਚ ਨਹੀਂ ਆਉਂਦੇ। ਚਲੋ ਕਰੀਏ। ਹੈਪੀ ਡਾਕਟਰਸ ਡੇ ਅਬਜ਼ਰਵਡ ਔਨ ਵਿਚ ਡੇਟ। ਸੋ ਹੈਪੀ ਡਾਕਟਰ ਡੇ ਕਦੋਂ ਹੁੰਦਾ ਭਾਈ? 1 ਜੁਲਾਈ, 1 ਜੂਨ, 1 ਮਈ ਜਾਂ 1 ਅਗਸਤ। ਸੋ 1 ਜੂਨ ਹੁੰਦਾ ਆਈ ਥਿੰਕ। 1 ਜੂਨ ਇਜ਼ ਦਾ ਰਾਈਟ ਆਨਸਰ। ਜੇ ਗਲਤ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਜ਼ਰੂਰ ਹੈ। 1 ਜੂਨ ਇਜ਼ ਦਾ ਰਾਈਟ ਆਨਸਰ। ਇਸ ਤੋਂ ਬਾਅਦ ਆ ਗਿਆ ਜੀ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਏਸ਼ੀਅਨ ਕ੍ਰਿਕਟ ਕੌਂਸਲ। ਇਹ ਤਾਂ ਕੁਐਸਚਨ ਰਿਪੀਟ ਹੋਇਆਗਾ। ਅਮਿਤ ਸ਼ਾਹ ਦਾ ਮੁੰਡਾ ਜੋ ਏਸ਼ੀਅਨ ਕ੍ਰਿਕਟ ਕੌਂਸਲ ਦਾ ਜਿਹੜਾ ਹੈਗਾ ਪ੍ਰੈਜ਼ੀਡੈਂਟ ਹੈ, ਜੇ ਸ਼ਾਹ। ਐਂਡ ਜੇਕਰ ਹੈੱਡਕੁਆਟਰ ਦੀ ਗੱਲ ਕਰੀ ਜਾਵੇ ਏਸ਼ੀਅਨ ਕ੍ਰਿਕਟ ਕੌਂਸਲ ਦੀ, ਤਾਂ ਭਾਈ ਕਿੱਥੇ ਆ ਉਹ? ਕੋਲੰਬੋ, ਰਾਈਟ, ਕੋਲੰਬੋ ਸ਼੍ਰੀਲੰਕਾ। ਐਂਡ ਚੇਅਰਮੈਨ ਦੀ ਗੱਲ ਕਰੀਏ ਤਾਂ ਅਮਿਤਾਭ ਚੌਧਰੀ, ਇਹ ਆਪਾਂ ਕੱਲ੍ਹ ਪੜ੍ਹੇ ਸੀ। ਇਸ ਤੋਂ ਬਾਅਦ ਆ ਗਿਆ ਜੀ ਹੂ ਵਨ 2022 ਵਿਬਲਡਨ ਚੈਂਪੀਅਨਜ਼ ਮੈਨਜ਼ ਸਿੰਗਲ, ਯਾਨੀ ਵਿਬਲਡਨ ਚੈਂਪੀਅਨ ਕੌਣ ਜਿੱਤਿਆ ਭਾਈ 2022? ਸੋ ਇਹਦਾ ਆਨਸਰ ਜਿਹੜਾ ਆ ਜਾਊਗਾ ਜੀ ਡੋਜੋਵਿਕ, ਰਾਈਟ। ਸੋ ਆਨਸਰ ਬਣ ਗਿਆ ਭਾਈ ਤੁਹਾਡਾ ਬੀ। ਸੋ ਕਾਫੀ ਇੰਪੋਰਟੈਂਟ ਹੈ। ਸੋ ਅੱਜ ਥੋੜ੍ਹਾ ਜਿਹਾ ਤੁਹਾਨੂੰ ਪਤਾ, ਜੇਕਰ ਤੁਸੀਂ ਮੈਨੂੰ ਕੰਟੀਨਿਊ ਦੇਖਦੇ ਹੋ ਤਾਂ ਤੁਹਾਨੂੰ ਮੇਰਾ ਵੀ ਇਸ਼ੂ ਲੱਗ ਹੀ ਰਿਹਾ ਹੋਊਗਾ, ਹੈ ਨਾ। ਅਤੇ ਜੇਕਰ ਇੱਕ ਅੱਧੇ ਕੁਐਸਚਨ ਨੂੰ ਇੱਧਰ ਉੱਧਰ ਹੋ ਗਿਆ, ਜੋ ਮੈਂ ਕੁਐਸਚਨ ਪੁੱਛਿਆ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਇੱਕ ਉਹਦਾ ਦੇਣਾ ਗਾ। ਜੇ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਡਾਊਟ ਫਿਰ ਵੀ ਲੱਗਿਆ ਹੈ ਨਾ, ਤਾਂ ਕਮੈਂਟ ਜ਼ਰੂਰ ਕਰ ਦਿਓ, ਤਾਂ ਕਿ ਮੈਂ ਜਦੋਂ ਕੱਲ੍ਹ ਨੂੰ ਸਟੂਡੀਓ ਦੇ ਨਾਲ ਇਹ ਸੈਸ਼ਨ ਪਾਊਂਗਾ ਤਾਂ ਇਹਨਾਂ ਕੁਐਸਚਨਾਂ ਨੂੰ ਆਪਾਂ ਜਾਂ ਤਾਂ ਜਲਦੀ ਰਿਪੀਟ ਕਰ ਲਾਂਗੇ, ਜਾਂ ਫਿਰ ਜੋ ਡਾਊਟ ਹੋਣਗੇ ਮੈਂ ਉਹਨਾਂ ਨੂੰ ਦੁਬਾਰਾ ਕਰਵਾ ਦੂੰਗਾ। ਸੋ ਧੰਨਵਾਦ, ਥੈਂਕ ਯੂ ਸੋ ਮੱਚ। ਹੋਪ ਸੋ ਤੁਹਾਨੂੰ ਐਵੇਂ ਵਧੀਆ ਲੱਗਿਆ ਹੋਵੇ, ਤੁਹਾਨੂੰ ਵੀ ਆਦਤ ਪੈ ਗਈ ਹੋਣੀ ਮੇਰੇ ਤੋਂ ਉਵੇਂ ਪੜ੍ਹਨ ਦੀ, ਬਟ ਠੀਕ ਹੈ ਨਾ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਬਾਬਾ ਨਾਨਕ ਮਿਹਰ ਕਰੇ, ਚੜ੍ਹਦੀ ਕਲਾ 'ਚ ਇਸ ਤਰੀਕੇ ਨਾਲ ਪੜ੍ਹਦੇ ਰਹੋ, ਅਤੇ ਆਪਾਂ ਹੋਰ ਨਵੇਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਥੈਂਕ ਯੂ ਸੋ ਮਚ। ਹੋ ਜਾ ਬੰਦ।